ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10th ਕਲਾਸ ਦੀ ਸਾਇੰਸ ਦੀ ਬੁੱਕ ਦਾ ਚੈਪਟਰ ਨੰਬਰ 6 ਸ਼ੁਰੂ ਕਰਨ ਜਾ ਰਹੇ ਹਾਂ ਤੇ ਉਸ ਚੈਪਟਰ ਦਾ ਨਾਮ ਹੈ ਲਾਈਫ ਪ੍ਰੋਸੈਸਿਸ। ਠੀਕ ਹੈ, ਤੇ ਵੀ ਵਿਲ ਡੂ ਇਟ ਇਨ ਸਮਾਲ ਪਾਰਟਸ ਸਟੈਪ ਬਾय ਸਟੈਪ ਤਾਂ ਕਿ ਤੁਹਾਨੂੰ ਸਮਝਣ ਵਿੱਚ ਆਸਾਨੀ ਹੋ ਜਾਏ। ਸੋ ਇਨ ਦਿਸ ਵੀਡੀਓ ਵੀ ਆਰ ਗੋਇੰਗ ਟੂ ਡੂ ਨੋਟਸ ਪਾਰਟ 1। ਸੋ ਤੁਸੀਂ ਆਪਣੀ ਨੋਟਬੁੱਕ ਲੈ ਲਓ, ਪੈਨ ਲੈ ਲਓ ਤੇ ਜਿਹੜੇ ਨੋਟਸ ਨੇ ਤੁਸੀਂ ਉਹਨਾਂ ਨੂੰ ਆਰਾਮ ਦੇ ਨਾਲ ਕਾਪੀ ਡਾਊਨ ਕਰ ਲੈਣਾ। ਸੋ ਬੜੇ ਆਰਗੇਨਾਈਜ਼ਡ ਢੰਗ ਦੇ ਨਾਲ ਅਸੀਂ ਵੀਡੀਓਜ਼ ਕਰਾਂਗੇ ਤੇ ਤੁਹਾਨੂੰ ਫਿਰ ਚੈਪਟਰ ਸਮਝਣ ਵਿੱਚ ਬੜੀ ਆਸਾਨੀ ਹੋ ਜਾਏਗੀ। ਪਹਿਲੇ ਸਾਰੇ ਤੁਸੀਂ ਵੀਡੀਓਜ਼ ਨੂੰ ਚੰਗੀ ਤਰ੍ਹਾਂ ਸੁਣ ਲੈਣਾ, ਨੋਟਸ ਬਣਾ ਲੈਣਾ ਤੇ ਫਿਰ ਆਪਣੀ ਬੁੱਕ ਜਿਹੜੀ ਹੈ ਤੁਹਾਡੀ ਉਹਨੂੰ ਵੀ ਇੱਕ ਵਾਰ ਰੀਡਿੰਗ ਕਰ ਲੈਣਾ। ਉਹਦੇ ਨਾਲ ਤੁਹਾਨੂੰ ਰੀਡਿੰਗ ਦੀ ਹੈਬਿਟ ਬਣੇਗੀ, ਤੁਹਾਡੀ ਰਿਵੀਜ਼ਨ ਵੀ ਹੋ ਜਾਏਗੀ ਤੇ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਵੀਡੀਓ ਸੁਣਨ ਤੋਂ ਬਾਅਦ ਤੁਹਾਨੂੰ ਜਿਹੜਾ ਲੈਸਨ ਹੈ ਉਹ ਬੜੀ ਆਸਾਨੀ ਦੇ ਨਾਲ ਸਮਝ ਆ ਜਾਏਗਾ ਪੜ੍ਹ ਕੇ। ਠੀਕ ਹੈ, ਆਓ ਸ਼ੁਰੂ ਕਰੀਏ। ਓਕੇ, ਲਾਈਫ ਪ੍ਰੋਸੈਸਿਸ। Movement of various types can be taken as an indication of life। ਠੀਕ ਹੈ ਨਾ, ਮਤਲਬ ਅਲੱਗ-ਅਲੱਗ ਕਿਸਮ ਦੀ ਜੋ ਹਰਕਤਾਂ ਹੈ, ਮੂਵਮੈਂਟ ਹੈ, ਹਲਚਲ ਹੈ, ਉਹਨੂੰ ਅਸੀਂ ਜ਼ਿੰਦਗੀ ਦਾ ਇੱਕ ਉਹ ਨਿਸ਼ਾਨੀ ਦੇ ਤੌਰ ਤੇ ਲੈ ਸਕਦੇ ਹਾਂ। ਠੀਕ ਹੈ, the difference between what is alive and what is not, मतलब जो अंतर है कोई चीज़ जिंदा है या नहीं जिंदा, can be judged by various activities like walking, कोई चीज़ चल रही है, running दौड़ रही है, eating खा पी रही है कोई जीव जंतु, है ना, uttering voices कोई आवाज़ां कढ़ रही है। ਅਸੀਂ ਮਨੁੱਖ ਤੇ ਬੋਲਦੇ ਹੀ ਹਾਂ ਪਰ ਬੜੇ ਜਾਨਵਰ ਨੇ, ਬੜੇ ਪੰਛੀ ਨੇ, ਕੋਈ ਬੋਲਦੇ ਨੇ ਐਂਡ ਮੈਨੀ ਆਫ ਦਾ ਸਾਊਂਡਸ ਆਰ ਨਾਟ audible to us ਕਿਉਂਕਿ ਜਿਹੜੀ ਉਹਨਾਂ ਦੀ ਫਰੀਕੁਐਂਸੀ ਹੈ that may be infrasonic or maybe ultrasonic. Infrasonic means below 20 hertz and ultrasonic means above 20 kilohertz. फिर breathing है ना, if they are sleeping or if they are resting, मतलब कोई running eating नहीं हो रही पर साह ले रहे ने and we can see the chest और ਉਹਨਾਂ ਦੀ body movement हो रही है। ठीक है, so all these movements they tell us that the thing is alive। ठीक है, फिर plants ले लिए। plants दो stationary, they don't move, they remain at one place। ठीक है, are alive, plants are also alive, they have life because they have visible growth। ਕਿਉਂਕਿ ਅਸੀਂ ਦੇਖਦੇ ਹਾਂ ਕਿ ਪਲਾਂਟ ਪਹਿਲੇ ਛੋਟਾ ਸੀਗਾ ਤੇ ਹੁਣ ਵੱਡਾ ਹੋ ਗਿਆ। ਠੀਕ ਹੈ ਨਾ, ਸੋ ਇਸ ਤਰ੍ਹਾਂ ਇਹ ਜਿਹੜੀ ਚੀਜ਼ ਹੈ ਮਤਲਬ ਕਿ ਅਸੀਂ ਦੇਖਦੇ ਹਾਂ ਕਿ ਕੋਈ ਚੀਜ਼ ਬੇਸ਼ੱਕ ਪਲਾਂਟਸ ਜਿਹੜੇ ਨੇ ਉਹ ਮੂਵ ਨਹੀਂ ਕਰਦੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਰ ਉਹਨਾਂ ਦਾ ਸਾਈਜ਼ ਵੱਡਾ ਹੋ ਰਿਹਾ ਐਂਡ ਵੀ ਕੈਨ ਸੀ ਦੈਟ ਵਿਜ਼ੀਬਲੀ ਕਿ ਇਹ ਪਲਾਂਟ ਥੋੜ੍ਹੇ ਦਿਨ ਪਹਿਲੇ ਛੋਟਾ ਸੀ ਹੁਣ ਵੱਡਾ ਹੋ ਗਿਆ, ਪੱਤੀਆਂ ਨਵੀਆਂ ਨਿਕਲ ਆਈਆਂ, ਡੋਡੀ ਨਿਕਲ ਆਈ ਹੈ, ਬਰਡਸ ਆਰ ਕਮਿੰਗ, ਫਲਾਵਰਸ ਆਰ ਕਮਿੰਗ, ਹੈ ਨਾ। ਸੋ ਇਹਦੇ ਨਾਲ ਵੀ ਦਿਸ ਇਜ਼ ਐਨ ਆਲਸੋ ਇੰਡੀਕੇਸ਼ਨ ਕਿ plants have life। thus some sort of movement is a common evidence, मतलब कि एक कॉमन सबूत है ਸਾਂਝਾ for being alive कि कोई movement है तो ਇਹਦਾ मतलब कि ਅਸੀਂ ਕਹਿੰਦੇ ਹਾਂ ਕਿ ਇਹ ਲਾਈਫ ਹੈ। even when movements are not visible, अगर movement ਸਾਨੂੰ visible ਨਾ ਵੀ ਹੋਵੇ then invisible molecular movements go on in living beings। ਹੁਣ ਬੜੇ ਛੋਟੇ ਜੀਵ ਨੇ ਜਿਹੜੇ ਅੱਖਾਂ ਤੋਂ ਨਜ਼ਰ ਹੀ ਨਹੀਂ ਆਉਂਦੇ, ਬੈਕਟੀਰੀਆ ਇਜ਼ ਦੇਅਰ, ਫੰਗੀ ਇਜ਼ ਦੇਅਰ, ਹੈ ਨਾ, ਪੈਰਾਸਾਈਟਸ ਆਰ ਦੇਅਰ, ਫਿਰ ਆਪਣਾ ਜਿਹੜਾ ਕੀ ਕਹਿੰਦੇ ਜਿਹੜੇ ਅਮੀਬਾ ਇਜ਼ ਦੇਅਰ, ਸੋ ਐਲਗੇ ਇਜ਼ ਦੇਅਰ, ਬੜੀ ਚੀਜ਼ਾਂ ਉਹਨਾਂ ਵਿੱਚ ਲਾਈਫ ਹੈ, ਦੇ ਆਰ ਨਾਟ ਵਿਜ਼ੀਬਲ ਟੂ ਅਸ। ਠੀਕ ਹੈ, ਸੋ ਮੂਵਮੈਂਟ ਇਜ਼ ਆਲਸੋ ਗੋਇੰਗ ਐਟ ਮੋਲੀਕੂਲਰ ਲੈਵਲ ਆਲਸੋ ਐਟ ਆਲ ਮਾਈਨਰ ਸਟਰਕਚਰਸ। ਜਿਹੜੇ ਵੀ ਸਾਡੀ ਬੋਡੀ ਦੇ ਅੰਦਰ ਵੀ ਅੰਗ ਹੈਗੇ ਨੇ ਉਹਨਾਂ 'ਚ ਵੀ ਹਰ ਵੇਲੇ ਕੋਈ ਨਾ ਕੋਈ ਮੂਵਮੈਂਟ ਚੱਲ ਰਹੀ ਹੈ। ਅੱਗੇ ਹੋਰ ਦੇਖੀਏ। ਲਿਵਿੰਗ ਆਰਗੈਨਿਜ਼ਮਸ ਕੀਪ ਰਿਪੇਅਰਿੰਗ ਐਂਡ ਮੇਨਟੇਨਿੰਗ ਦੇਅਰ ਸਟਰਕਚਰਸ ਆਲ ਦਾ ਟਾਈਮ। ਹੁਣ ਜਿਹੜੇ ਲਿਵਿੰਗ ਬੀਇੰਗਸ ਨੇ ਉਹ ਗਰੋ ਵੀ ਕਰਦੇ ਨੇ, ਸਾਨੂੰ ਪਤਾ ਕਿ ਸਾਡੇ ਸੈਲਸ, ਨਿਊ ਸੈਲਸ ਫਾਰਮ, ओल्ड सैल्स डाई एंड सैल्स रिपेयर दैमसैल्व्स आल्सो। ਸਾਡੇ ਸੱਟ ਲੱਗਦੀ ਹੈ ਜਿਹੜੇ ਤੇ ਉਹ ਸੱਟ ਠੀਕ ਵੀ ਹੋ ਜਾਂਦੀ ਹੈ, ਅਰਥਾਤ ਬੋਡੀ ਰਿਪੇਅਰ ਵੀ ਕਰਦੀ ਹੈ। ਅਸੀਂ ਸਾਰਾ ਦਿਨ ਕੰਮ ਕਰਕੇ ਦੌੜ ਭੱਜ ਕਰਕੇ ਥੱਕ ਜਾਂਦੇ ਹਾਂ, ਫਿਰ ਸੌਂਦੇ ਹਾਂ ਤੇ ਸਵੇਰੇ ਫਰੈਸ਼ ਹੋ ਕੇ ਉੱਠ ਜਾਂਦੇ ਹਾਂ। ਸੋ ਇਹਨਾਂ ਦੀ ਬੋਡੀ ਵਿੱਚ ਰਿਪੇਅਰਿੰਗ ਤੇ ਮੇਨਟੇਨੈਂਸ ਵੀ ਚੱਲਦੀ ਹੈ ਆਲ ਦਾ ਟਾਈਮ। ਠੀਕ ਹੈ, ਐਜ਼ ਆਲ ਸਟਰਕਚਰਸ ਆਰ ਮੇਡ ਆਫ ਮੋਲੀਕਿਊਲਸ। ਹੁਣ ਸਾਨੂੰ ਪਤਾ ਹੈ, ਅਸੀਂ ਇੱਕ ਕੈਮਿਸਟਰੀ ਪੜ੍ਹੀ ਹੈ, ਜਿੰਨਾ ਵੀ ਮੈਟਰ ਹੈ ਇਟ ਇਜ਼ ਮੇਡ ਆਫ ਐਲੀਮੈਂਟਸ। ਠੀਕ ਹੈ, ਫਰੋਮ ਐਲੀਮੈਂਟਸ we have
ਮੋਲੀਕਿਊਲਸ ਐਂਡ ਕੰਪਾਊਂਡਸ ਦੇ ਮੋਲੀਕਿਊਲਸ ਹੁੰਦੇ ਨੇ, ਐਲੀਮੈਂਟਸ ਦੇ ਮੋਲੀਕਿਊਲਸ ਹੁੰਦੇ ਨੇ। ਸਾਰਾ ਮੈਟਰ ਜਿਹੜਾ ਹੈ ਇਟ ਇਜ਼ ਮੇਡ ਅਪ ਆਫ ਕੰਪਾਊਂਡਸ ਐਂਡ ਦੇਅਰ ਮੋਲੀਕਿਊਲਸ, ਉਹਦੇ ਮੋਲੀਕਿਊਲਸ ਤੋਂ ਬਣਿਆ। ਸੋ ਸਾਡੀ ਬੋਡੀ ਵੀ ਜਿਹੜੀ ਹੈ, ਜਿੰਨੇ ਵੀ ਸਟਰਕਚਰ ਹੈਗੇ ਨੇ, ਆਲ ਲਿਵਿੰਗ ਬੀਇੰਗਸ, ਉਹਨਾਂ ਦਾ ਢਾਂਚਾ ਕਿੱਥੋਂ ਬਣਿਆ? ਮੋਲੀਕਿਊਲਸ ਦਾ ਬਣਿਆ। ਸੋ ਐਜ਼ ਆਲ ਸਟਰਕਚਰਸ ਆਰ ਮੇਡ ਆਫ ਮੋਲੀਕਿਊਲਸ, ਰਿਪੇਅਰ ਐਂਡ ਮੇਨਟੇਨੈਂਸ ਇਨਵੋਲਵ ਮੋਲੀਕੂਲਰ ਮੋਸ਼ਨ। ਤੇ ਇਹਦਾ ਮਤਲਬ ਕਿ ਰਿਪੇਅਰ ਔਰ ਮੇਨਟੇਨੈਂਸ ਦਾ ਕੀ ਮਤਲਬ ਹੋਇਆ ਕਿ ਮੋਲੀਕੂਲਰ ਮੋਸ਼ਨ ਇਜ਼ ਆਲ ਦਾ ਟਾਈਮ ਗੋਇੰਗ ਔਨ, ਠੀਕ ਹੈ। ਸੋ these maintenance functions go on even when they are resting, ਜਦੋਂ ਜੀਵ ਜੰਤੂ ਆਰਾਮ ਕਰ ਰਹੇ ਨੇ, sleeping ਸੌ ਰਹੇ ਨੇ, or doing nothing, ਕੁਝ ਵੀ ਨਹੀਂ ਕਰ ਰਹੇ। even then this repairing and maintenance is going on, and when we say repairing and maintenance is going on, what is that repairing and maintenance? It is the repairing and maintenance of structures. And what are structures made of? Structures are made of molecules. It means repairing and maintenance means molecular motion, and motion means life. So ਇਹਦਾ ਮਤਲਬ ਹੈ ਵੇ ਕਿ ਜੋ movement ਹੈ, activity ਹੈ, it is an indication of life, whether it is visible or not visible. ਜਿਹੜੇ ਵੱਡੇ ਜੀਵ ਜੰਤੂ ਨੇ ਉਹ ਤੁਰਦੇ ਫਿਰਦੇ, ਬੋਲਦੇ, ਸਾਹ ਲੈਂਦੇ, ਸਾਨੂੰ ਨਜ਼ਰ ਆਉਂਦੇ ਨੇ, ਪਰ ਜਿਹੜੇ ਛੋਟੇ ਜੀਵ ਨੇ, ਬੜੇ ਛੋਟੇ ਜੀਵ ਨੇ, ਉਹਨਾਂ ਦਾ ਸਾਨੂੰ ਮੂਵਮੈਂਟ ਨਜ਼ਰ ਨਹੀਂ ਆਉਂਦੀ, ਬਟ ਦੈਟ ਮੂਵਮੈਂਟ ਇਜ਼ ਗੋਇੰਗ ਔਨ ਐਟ ਮਾਈਕਰੋਸਕੋਪਿਕ ਲੈਵਲ, ਠੀਕ ਹੈ, which can be observed through microscopes. So the processes which together perform these maintenance jobs are life processes. So ਜਿੰਨੇ ਵੀ ਸਾਰੇ processes ਨੇ ਜਿਹਦੇ ਵਿੱਚ ਸਾਰੀ ਰਿਪੇਅਰਿੰਗ ਮੇਨਟੇਨੈਂਸ ਚੱਲ ਰਹੀ ਹੈ, ਇਹਨੂੰ ਕਿਹਾ ਜਾਂਦਾ ਹੈ ਲਾਈਫ ਪ੍ਰੋਸੈਸਿਸ। ਇਹ ਬੱਚਿਓ ਲਾਈਫ ਪ੍ਰੋਸੈਸਿਸ ਦੀ ਡੈਫੀਨੇਸ਼ਨ ਸੀ। ਯੂ ਕੈਨ ਮਤਲਬ ਇਹਨੂੰ ਆਪਣੇ ਵਰਡਸ ਵਿੱਚ ਲਿਖਣ ਦੀ ਕੋਸ਼ਿਸ਼ ਕਰੋ, ਮੈਨੂੰ ਬਹੁਤ ਛੋਟਾ ਕਰ ਦਿੱਤਾ ਤੁਹਾਡੇ ਲਈ। ਸੋ ਇਹ 2 ਪੈਰਾਗ੍ਰਾਫ ਨੇ, ਇਹਨੂੰ ਆਪਣੇ ਵਰਡਸ ਵਿੱਚ ਵੀ ਲਿਖ ਸਕਦੇ ਹੋ। ਯੂ ਕੈਨ ਕਾਪੀ ਇਟ ਡਾਊਨ, ਬੜੀ ਸਿੰਪਲ ਲੈਂਗੁਏਜ ਹੈਗੀ ਹੈ। ਸੋ ਕਾਪੀ ਡਾਊਨ ਕਰਕੇ, ਨੋਟ ਡਾਊਨ ਕਰਕੇ ਤੁਸੀਂ 2-3 ਵਾਰ ਉੱਚੀ ਉੱਚੀ ਪੜ੍ਹੋ ਤੇ ਫਿਰ ਓਰਲੀ ਲਿਖਣ ਦੀ ਕੋਸ਼ਿਸ਼ ਕਰੋ, ਤੇ ਇਹ ਤੁਹਾਡਾ ਪੱਕਾ ਹੋ ਜਾਏਗਾ ਕਿ ਵਟ ਇਜ਼ ਅ ਲਾਈਫ ਪ੍ਰੋਸੈਸ, ਠੀਕ ਹੈ। ਥੀਸ ਮੇਨਟੇਨੈਂਸ ਪ੍ਰੋਸੈਸਿਸ ਪ੍ਰੀਵੈਂਟ ਡੈਮੇਜ ਐਂਡ ਬ੍ਰੇਕ ਡਾਊਨ। ਨੈਚੁਰਲੀ ਜਿੱਦਾਂ ਗੱਡੀ ਦਾ ਹੁੰਦਾ ਹੈ ਨਾ, ਉਹ ਫਿਰ ਬ੍ਰੇਕ ਡਾਊਨ ਨਹੀਂ ਹੁੰਦੀ, ਫਿਰ ਸਰੀਰ ਸਾਡਾ ਚੱਲਦਾ ਰਹਿੰਦਾ ਹੈ। ਮਤਲਬ ਸਾਡਾ ਸਰੀਰ ਹੀ ਨਹੀਂ, ਸਾਰੇ ਜਾਨਵਰਾਂ ਦਾ ਜਿਹੜਾ ਹੈ, when repair and maintenance goes on, then the body continues to work, it prevents damage and breakdown, ठीक है। आओ आगे चलिए। These processes require energy। ਹੁਣ ਕੁਝ ਵੀ ਕੰਮ ਕਰਨ ਲਈ ਇਹ ਇੱਕ ਬੇਸਿਕ ਅਸੀਂ ਜਾਣਦੇ ਹਾਂ ਬੱਚਿਓ, ਫਿਜ਼ਿਕਸ ਵਿੱਚ ਅਸੀਂ ਪੜ੍ਹਿਆ, for doing any work you need energy, ठीक है। सो ਇਹ ਵੀ ਵਰਕ ਹੈਗਾ। So these processes require energy, तो energy कित्थों आएगी? And the energy needed for carrying out these processes comes from outside the body of the individual organism। मतलब कि ਜਿਹੜੀ एनर्जी है ਇਹਦਾ सोर्स है that is from the environment, outside, ਬਾਹਰੋਂ ਆਏਗਾ, ਬੋਡੀ ਵਿੱਚੋਂ ਨਹੀਂ ਆਏਗਾ, ਠੀਕ ਹੈ ਨਾ। ਸੋ ਬੋਡੀ ਨੂੰ ਇੱਕ ਫਿਊਲ ਚਾਹੀਦਾ ਹੈ, એનર્ਜੀ ਚਾਹੀਦੀ ਹੈ, and that energy comes from outside, ठीक है। The transfer of this energy from outside the body of the organism, outside of the body of the organism means हवा है, खाना है, different things are there, plants are there, animals are there, ठीक है ना। ਜਿਹੜੇ ਹਰਬੀਵੋਰਸ ਹੈਗੇ ਨੇ ਉਹ ਪਲਾਂਟਸ ਖਾਂਦੇ ਨੇ, ਕਾਰਨੀਵੋਰਸ ਜਿਹੜੇ ਹੈਗੇ ਨੇ ਉਹ ਆਪਣਾ ਕਾਰਨੀਵੋਰਸ ਜਿਹੜੇ ਹੈਗੇ ਨੇ ਆਪਣਾ ਇਹ ਕੀ ਕਹਿੰਦੇ ਮਾਸ ਖਾਂਦੇ ਨੇ, ਓਮਨੀਵੋਰਸ ਦੋਨੋਂ ਖਾਂਦੇ ਨੇ। ਸੋ ਦੈਟ ਕਮਸ ਫਰੋਮ ਆਊਟਸਾਈਡ, ਠੀਕ ਹੈ। ਸੋ from outside the body of the organism to the inside comes from food, and the process is called nutrition। so ਹੈਗਾ ਪਹਿਲਾ process, ਠੀਕ ਹੈ ਨਾ। ਲਾਈਫ process ਦੀ ਪਹਿਲੀ ਜੋ ਕੜੀ ਹੈ ਉਹ ਨਿਊਟ੍ਰੀਸ਼ਨ ਹੈ, ਠੀਕ ਹੈ ਨਾ, ਕਿਉਂਕਿ ਮੇਨਟੇਨੈਂਸ ਐਂਡ ਰਿਪੇਅਰ ਨੂੰ ਕੈਰੀ ਆਊਟ ਕਰਨ ਲਈ એનર્ਜੀ ਚਾਹੀਦੀ ਹੈ, and energy comes from outside the body of the individual organism। and when we say outside, what is that outside? It is food, which is known as nutrition। so taking that food in and giving energy for growth and maintenance and repairing is known as nutrition, ठीक है। additional raw material is also needed from outside if the organism's body is undergoing growth। ਹੁਣ ਸਾਨੂੰ ਕੱਲਾ ਨਿਊਟ੍ਰੀਸ਼ਨ ਨਹੀਂ ਚਾਹੀਦਾ, we don't just need calories, ਸਾਨੂੰ ਵਿਟਾਮਿਨਸ ਵੀ ਚਾਹੀਦੇ ਨੇ, ਮਿਨਰਲਸ ਵੀ ਚਾਹੀਦੇ ਨੇ, ਕੈਲਸ਼ੀਅਮ ਵੀ ਚਾਹੀਦਾ ਹੈ ਨਾ। ਹੁਣ ਬੰਦਾ ਜੀਂਦਾ ਤੇ ਉਸ ਤਰ੍ਹਾਂ ਵੀ ਰਹਿ ਸਕਦਾ ਹੈ, ਮਤਲਬ ਕਿ ਉਹ ਖੰਡ ਹੀ ਖਾਈ ਜਾਵੇ, ਕੈਲੋਰੀਜ਼ ਖਾਈ ਜਾਵੇ, ਉਹ ਜਿੰਦਾ ਰਹਿ ਜਾਏਗਾ, ਪਰ ਉਹ ਗਰੋ ਨਹੀਂ ਕਰ ਪਾਏਗਾ, ਉਹ ਹੈਲਦੀ ਨਹੀਂ ਹੋ ਪਾਏਗਾ। ਸੋ ਵੀ ਡੋਂਟ ਜਸਟ ਨੀਡ ਦੀ ਐਨਰਜੀ, we need other raw materials also for development, for growth,
ਹੱਡੀਆਂ ਗਰੋ ਕਰਨੀਆਂ, ਮਸਲਸ ਗਰੋ ਕਰਨੀਆਂ, ਹੋਰ ਬੋਡੀ ਫੰਕਸ਼ਨਸ ਹੈਗੇ ਨੇ ਬੜੇ ਸਾਰੇ। ਸੋ ਕੀਪਿੰਗ ਦੀ ਬੋਡੀ ਹੈਲਦੀ ਐਂਡ ਫਿਟ, ਠੀਕ ਹੈ ਨਾ, ਆਰਗੇਨਿਜ਼ਮਸ ਦੀ ਬੋਡੀ ਕੋਈ ਵੀ ਹੈ ਉਹਦੀ ਗਰੋਥ ਵਾਸਤੇ ਸੋ ਕੱਲਾ ਫੂਡ ਹੀ ਨਹੀਂ ਚਾਹੀਦਾ, ਦੈਟ ਫੂਡ ਦੇ ਨਾਲ ਕੁਝ ਹੋਰ ਚੀਜ਼ਾਂ ਵੀ ਚਾਹੀਦੀਆਂ, ਰॉ ਮਟੀਰੀਅਲ ਜਿਹੜਾ ਅਸੀਂ ਕਹਿ ਸਕਦੇ ਹਾਂ ਇਨ ਦੀ ਫਾਰਮ ਆਫ ਮਿਨਰਲਸ, ਪ੍ਰੋਟੀਨਸ ਤੇ ਆਪਣਾ ਜਿਸ ਤਰ੍ਹਾਂ ਹੋ ਗਿਆ ਵਾਈਟਾਮਿਨਸ ਵਗੈਰਾ, ਠੀਕ ਹੈ। ਸੋ ਮੋਸਟ ਆਫ ਦੀ ਫੂਡ ਸੋਰਸਿਸ ਆਰ ਕਾਰਬਨ ਬੇਸਡ। ਹੁਣ ਜ਼ਿਆਦਾਤਰ ਬੱਚਿਓ ਸਾਨੂੰ ਪਤਾ ਹੈ ਕਿ ਫੂਡ ਜਿਹੜਾ ਹੈ ਉਹਨੂੰ 3 ਕੈਟੇਗਰੀਆਂ 'ਚ ਵੰਡਿਆ ਜਾ ਸਕਦਾ ਹੈ, ਪ੍ਰੋਟੀਨ, ਕਾਰਬੋਹਾਈਡਰੇਟਸ ਐਂਡ ਫੈਟਸ, ਐਂਡ ਦੇ ਆਰ ਆਲ ਕਾਰਬਨ ਬੇਸਡ। ਸੋ ਮੋਸਟ ਆਫ ਦੀ ਫੂਡ ਸੋਰਸਿਸ, ਜ਼ਿਆਦਾਤਰ ਜਿੰਨੇ ਵੀ ਫੂਡ ਸੋਰਸਿਸ ਨੇ ਦੇ ਕਮ ਅੰਡਰ ਆਰਗੈਨਿਕ ਕੈਮਿਸਟਰੀ ਅਸੀਂ ਪੜ੍ਹਦੇ ਹਾਂ। ਸੋ ਉਹਦੇ ਵਿੱਚ ਹਮੇਸ਼ਾ ਜ਼ਿਆਦਾਤਰ ਹਾਈਡਰੋਜਨ, ਆਕਸੀਜਨ, ਕਾਰਬਨ ਜ਼ਰੂਰ ਹੋਏਗਾ, ਠੀਕ ਹੈ ਨਾ। ਸੋ ਮੋਸਟ ਆਫ ਦੀ ਫੂਡ ਸੋਰਸਿਸ ਆਰ ਕਾਰਬਨ ਬੇਸਡ, ਕਾਰਬਨ ਜ਼ਰੂਰ ਹੋਏਗਾ ਅੱਜ, ਬਿਕੋਜ਼ ਐਜ਼ ਦੀ ਲਾਈਫ ਔਨ ਦਾ ਅਰਥ ਇਜ਼ ਡਿਪੈਂਡੈਂਟ ਔਨ ਕਾਰਬਨ ਬੇਸਡ ਮੋਲੀਕਿਊਲਸ। ਸਾਰੀ ਲਾਈਫ ਜਿਹੜੀ ਅਰਥ ਉੱਤੇ ਹੈ ਬੱਚਿਓ, it is dependent on carbon based molecules and most of the food sources are also carbon based, ठीक है। आओ आगे चलिए। ਹੁਣ ਦੇਖੋ ਫਿਰ ਹੁਣ ਆਰਗੇਨਿਜ਼ਮਸ ਅਲੱਗ-ਅਲੱਗ ਹੈਗੇ ਨੇ, ਪੰਛੀ ਨੇ, ਜਾਨਵਰ ਨੇ, ਮਾਈਕਰੋ ਆਰਗੇਨਿਜ਼ਮਸ ਆਰ ਦੇਅਰ, ਛੋਟੇ ਵੱਡੇ, ਹੈ ਨਾ। ਸੋ ਡਿਫਰੈਂਟ ਆਰਗੇਨਿਜ਼ਮਸ ਯੂਜ਼ ਡਿਫਰੈਂਟ ਕਾਈਂਡਸ ਆਫ ਨਿਊਟ੍ਰੀਸ਼ਨਲ ਪ੍ਰੋਸੈਸਿਸ। ਸਾਰਿਆਂ ਦਾ ਖਾਣਾ ਖਾਣ ਦਾ, ਨਿਊਟ੍ਰੀਸ਼ਨ ਲੈਣ ਦਾ ਤਰੀਕਾ ਇੱਕੋ ਜਿਹਾ ਨਹੀਂ ਹੈਗਾ, ਇਟਸ ਆਲ ਡਿਫਰੈਂਟ, ਇਟ ਵੇਰੀਜ਼ ਫਰੋਮ organism to organism depending on the complexity of these carbon sources। ਕੁਝ ਕਾਰਬਨ ਸੋਰਸ ਸਿੰਪਲ ਹੈਗੇ ਨੇ, ਕੁਝ ਇਨਆਰਗੈਨਿਕ ਵੀ ਹੈਗੇ ਨੇ, ਕੁਝ ਆਰਗੈਨਿਕ ਹੈਗੇ ਨੇ, ਕੁਝ ਆਰ ਵੈਰੀ ਕੰਪਲੈਕਸ, ਉਹ ਚੇਨਸ ਹੈਗੀਆਂ ਨੇ, ਹਨਾ, ਹੋਰ ਬੜਾ ਉਹਨਾਂ ਦਾ ਮੋਲੀਕੂਲਰ ਸਟਰਕਚਰ ਬੜਾ ਕੰਪਲੈਕਸ ਹੈਗਾ। ਦੀ ਆਊਟਸਾਈਡ ਸੋਰਸਿਸ ਆਫ એનર્ਜੀ ਆਰ ਆਫ ਗ੍ਰੇਟ ਵੈਰਾਈਟੀ, ਬੜੀ ਵੈਰਾਈਟੀ ਹੈਗੀ ਹੈ। ਕਾਰਬਨ ਦੇ ਜਿਹੜੇ ਪ੍ਰੋਡਕਟਸ ਹੈਗੇ ਨੇ ਇਟ ਗੋ ਇਨਟੂ ਮਿਲੀਅਨਸ, ਠੀਕ ਹੈ। ਸੋ ਐਂਡ ਨੀਡ ਟੂ ਬੀ ਬ੍ਰੋਕਨ ਡਾਊਨ ਔਰ ਬਿਲਟ ਅਪ ਇਨ ਦਾ ਬੋਡੀ। ਸੋ ਜਿਹੜੇ ਕੰਪਲੈਕਸ ਸਟਰਕਚਰ ਨੇ ਇਹਨਾਂ ਨੂੰ ਬ੍ਰੇਕ ਡਾਊਨ ਕਰਨਾ ਪੈਂਦਾ ਹੈ, ਬ੍ਰੋਕਨ ਡਾਊਨ, ਫਿਰ ਉਹਨੂੰ ਬਿਲਟ ਅਪ ਇਨ ਦਾ ਬੋਡੀ ਤਾਂ ਕਿ ਬੋਡੀ ਉਹਨੂੰ ਯੂਜ਼ ਕਰ ਸਕੇ। ਫਿਰ ਦੇ ਮਸਟ ਆਲਸੋ ਬੀ ਕਨਵਰਟਿਡ ਟੂ ਅ ਯੂਨੀਫਾਰਮ ਸੋਰਸ ਆਫ ਐਨਰਜੀ। ਉਹਨੂੰ ਬ੍ਰੇਕ ਕਰਕੇ ਇੱਕ ਐਸੀ ਚੀਜ਼ ਬਣਾਉਣੀ ਚਾਹੀਦੀ ਹੈ ਵਿਚ ਸ਼ੁੱਡ ਬੀ ਯੂਨੀਫਾਰਮਲੀ ਯੂਜ਼ੇਬਲ for the entire body and its various organisms, its various organs, ठीक है। So it must be converted to a uniform source of energy। ਇਹ ਅੱਗੇ ਜਿਹੜੇ ਅਸੀਂ ਪੜਾਂਗੇ ਉਹਦੇ ਵਿੱਚ ਆਏਗਾ, ਠੀਕ ਹੈ। That can be used for the various molecular movements needed for maintaining living structures। ਅਸੀਂ ਪੜਿਆ ਸਟਾਰਟਿੰਗ 'ਚ ਕਿ maintenance of living structure means molecular movements, molecules ਨੂੰ movement ਕਰਨਾ ਪਏਗਾ, move ਕਰਨਾ ਪਏਗਾ, ਠੀਕ ਹੈ ਨਾ। ਸੋ ਮੂਵ ਕਰਨ ਲਈ એનર્ਜੀ ਚਾਹੀਦੀ ਹੈ। ਸੋ ਇਹ ਕਹਿੰਦੇ ਕਿ ਉਹ ਦੈਟ ਸੋਰਸ ਆਫ એનર્ਜੀ ਸ਼ੁੱਡ ਬੀ ਯੂਨੀਫਾਰਮ, ਵਟ ਐਵਰ ਇਜ਼ ਟੇਕਨ ਇਨ, even if it is a complex structure, then it has to be broken down into simpler products and then built up in the body, then it must be converted into a uniform source of energy so that it can be used for various molecular movements for the living structures and their maintenance, as well as to the kind of molecules the body needs to grow। ਤੇ ਬੋਡੀ ਨੂੰ ਗਰੋ ਕਰਨ ਲਈ ਜਿਸ ਤਰ੍ਹਾਂ ਦੇ ਮੋਲੀਕੂਲਸ ਚਾਹੀਦੇ ਨੇ ਉਹਦੇ ਲਈ ਉਹ એનર્ਜੀ ਯੂਜ਼ੇਬਲ ਹੋਣੀ ਚਾਹੀਦੀ ਹੈ। ਅੱਗੇ ਚਲੀਏ। ਓਕੇ, ਦਿਸ ਰਿਕੁਆਇਰਸ ਅ ਸੀਰੀਜ਼ ਆਫ ਕੈਮੀਕਲ ਰਿਐਕਸ਼ਨਸ ਇਨ ਦੀ ਬੋਡੀ। ਹੁਣ ਵੈਨ ਕੰਪਲੈਕਸ ਕਾਰਬਨ ਪ੍ਰੋਡਕਟਸ have to be broken down, so breaking down means what? Breaking down means carrying out the chemical reactions, and these chemical reactions most commonly which occur, they are known as oxidizing reducing reactions। ਇਹ ਤੁਸੀਂ ਚੈਪਟਰ ਜਿਹੜਾ ਤੁਹਾਡਾ ਹੈਗਾ ਪਹਿਲਾ ਚੈਪਟਰ ਉਹਦੇ ਵਿੱਚ ਆਏਗਾ, ਉਹ ਮੈਂ ਹਾਲੇ ਨੋਟਸ ਨਹੀਂ ਬਣਾਏ, ਉਹਦੇ ਵਿੱਚ ਮੈਂ ਇਹਨੂੰ ਡਿਟੇਲ 'ਚ ਸਮਝਾਵਾਂਗਾ ਤੁਹਾਨੂੰ। ਇਹਨੂੰ ਅਸੀਂ ਰਿਡੌਕਸ ਵੀ ਕਹਿੰਦੇ ਹਾਂ, ਆਕਸੀਡਾਈਜ਼ਿੰਗ ਰਿਡਿਊਸਿੰਗ ਐਕਸਰਸਾਈਜ਼ ਵੀ, ਰਿਡਿਊਸਿੰਗ ਕੈਮੀਕਲ ਰਿਐਕਸ਼ਨਸ ਵੀ ਕਹਿੰਦੇ ਆ, ਤੇ ਇਹਨੂੰ ਰਿਡੌਕਸ ਵੀ ਕਹਿੰਦੇ ਨੇ, RED ਤੇ OX, ਰਿਡੌਕਸ। RED means reduction, OX means oxidation। So oxidizing means addition of oxygen ਤੇ or removal of hydrogen, ਤੇ reduction ਇਹਦਾ ਉਲਟਾ ਹੋ ਜਾਂਦਾ ਹੈ, reduction means removal of oxygen or addition of hydrogen, ਠੀਕ ਹੈ। ਸੋ ਇਹ ਕਹਿੰਦੇ but oxidizing and reducing they always take place simultaneously, ਠੀਕ ਹੈ ਨਾ। So oxidizing reducing reactions are some of the most common chemical means to break down these molecules। ਸੋ ਇਹਦਾ ਮਤਲਬ ਕੀ ਹੋ ਗਿਆ ਬੱਚਿਓ, ਜਿਹੜੇ ਕੰਪਲੈਕਸ ਮੋਲੀਕਿਊਲਸ ਹੈਗੇ ਨੇ ਉਹ ਕਾਰਬਨ ਬੇਸਡ ਫੂਡ ਪ੍ਰੋਡਕਟਸ ਦੇ, ਉਹਨੂੰ ਬ੍ਰੇਕ ਡਾਊਨ ਕਰਨ ਲਈ ਜਿਹੜੀਆਂ ਕੈਮੀਕਲ ਰਿਐਕਸ਼ਨਸ ਹੁੰਦੀਆਂ ਨੇ, ਉਹ ਕਿਹੜੀਆਂ ਰਿਐਕਸ਼ਨਸ ਹੁੰਦੀਆਂ ਨੇ? ਦੇ ਆਰ ਰਿਡੌਕਸ ਰਿਐਕਸ਼ਨਸ,
they are oxidizing reducing reactions। ਹੁਣ ਕਾਰਬਨ ਹੋਏਗਾ ਤੇ ਕਾਰਬਨ ਦੇ ਵਿੱਚ ਜਿਹੜੇ ਆਕਸੀਜਨ ਐਡ ਹੋਏਗੀ ਤੇ ਕਾਰਬਨ ਡਾਈਆਕਸਾਈਡ ਬਣਦੀ ਹੈ, ਇਸੇ ਕਰਕੇ we breathe out ਕਾਰਬਨ ਡਾਈਆਕਸਾਈਡ। ਠੀਕ ਹੈ। For this many organisms use atmospheric oxygen from outside the body। ਇਹ ਦੇਖੋ ਹੁਣ ਆਕਸੀਜਨ ਚਾਹੀਦੀ ਹੈ ਨਾ, ਮੈਂ ਦੇਖਿਆ ਆਕਸੀਡਾਈਜ਼ਿੰਗ ਆਕਸੀਡੇਸ਼ਨ। ਸੋ ਆਕਸੀਜਨ ਕਿੱਥੋਂ ਆਉਂਦੀ ਹੈ? ਆਕਸੀਜਨ ਆਉਂਦੀ ਹੈ ਹਵਾ ਵਿੱਚੋਂ। when we breathe in, ਜਦੋਂ ਹੀ ਸਾਹ ਲੈਂਦੇ ਹਾਂ ਤੇ you know that our atmosphere consists of around 21% of oxygen and we all need oxygen to live। So for this many organisms use atmospheric oxygen from outside the body। outside the body ਚੋਂ ਅਸੀਂ ਆਕਸੀਜਨ ਲੈਂਦੇ ਹਾਂ and that oxygen reacts with carbon based food products। ਠੀਕ ਹੈ, ਜਿਹਦੇ ਨਾਲ ਫਿਰ ਫਿਊਲ ਬਣਦਾ ਹੈ, ਹੀਟ ਨਿਕਲਦੀ ਹੈ ਐਕਸੋਥਰਮਿਕ, ਤੇ ਉਹਦੇ ਨਾਲ ਫਿਰ ਕੀ ਹੁੰਦਾ ਹੈ, ਸਾਨੂੰ એનર્ਜੀ ਮਿਲਦੀ ਹੈ ਤੇ ਨਾਲ ਕਾਰਬਨ ਡਾਈਆਕਸਾਈਡ ਰਿਲੀਜ਼ ਹੁੰਦੀ ਹੈ। The process of acquiring oxygen from outside the body and to use it in the process of breakdown of food sources for cellular needs is called respiration। ਇਹ ਹੁਣ ਬੱਚਿਓ ਆ ਗਿਆ ਦੂਸਰਾ ਪ੍ਰੋਸੈਸ। ਪਹਿਲਾ ਪ੍ਰੋਸੈਸ ਅਸੀਂ ਪੜ੍ਹਿਆ ਸੀਗਾ ਕਿਹੜਾ? ਨਿਊਟ੍ਰੀਸ਼ਨ, that is taking in food or other raw material for as a source of energy। ਠੀਕ ਹੈ। ਹੁਣ ਉਹਦੇ ਵਿੱਚ ਕਹਿੰਦੇ ਹੁਣ ਕੁਝ ਪ੍ਰੋਡਕਟ ਸਿੰਪਲ ਹੋਣਗੇ, ਕੁਝ ਪ੍ਰੋਡਕਟਸ ਕੰਪਲੈਕਸ ਹੋਣਗੇ, they need to be broken down and how to break them down? For that chemical reaction has to be carried out and those chemical reactions are redox reactions। ਉਹਦੇ ਵਿੱਚ ਆਕਸੀਜਨ ਚਾਹੀਦੀ ਹੈ। So for that organisms breathe in air which contains oxygen। ਠੀਕ ਹੈ ਨਾ, ਉਹਦੇ ਵਿੱਚ ਆਕਸੀਜਨ ਹੁੰਦੀ ਹੈ। So ਉਹਨੂੰ ਕਹਿੰਦੇ ਨੇ respiration। So this is the process of respiration। ਅੱਗੇ ਚਲੀਏ ਹੁਣ। Okay, in the case of a single celled organism like amoeba, ਤੁਸੀਂ ਐਗਜ਼ਾਮਪਲ ਦੇ ਸਕਦੇ ਹੋ, ਮੈਂ ਇੱਥੇ ਲਿਖਿਆ ਨਹੀਂ ਹੈਗਾ। ਕਿਉਂ ਨਹੀਂ ਲਿਖਿਆ? ਕਿਉਂਕਿ ਤੁਸੀਂ ਆਲਰੇਡੀ ਪ੍ਰੀਵੀਅਸ ਕਲਾਸਿਸ ਵਿੱਚ ਪੜ੍ਹ ਚੁੱਕੇ ਹੋ ਕਿ amoeba is an example of single celled organism। So in the case of a single celled organism, for example amoeba, no specific organs for taking in food, exchange of gases or removal of waste may be needed। ਤੁਹਾਨੂੰ ਪਤਾ ਹੋਏਗਾ ਬੱਚਿਓ ਕਿ ਅਮੀਬਾ ਜਿਹੜਾ ਹੈ ਇਹ ਸਿੰਗਲ ਸੈਲਡ, ਇਹਦਾ ਇੱਕੋ ਹੀ ਸੈੱਲ ਜਿਹੜਾ ਹੈ ਇਹ ਸਾਰੇ ਕੰਮ ਕਰਦਾ ਹੈ, ਰੈਸਪੀਰੇਸ਼ਨ ਵੀ, ਨਿਊਟ੍ਰੀਸ਼ਨ ਵੀ, ਐਕਸਕ੍ਰੀਸ਼ਨ ਵੀ, ਰਿਪਰੋਡਕਸ਼ਨ ਵੀ, ਡਾਈਜੈਸ਼ਨ ਵੀ, everything। So it doesn't have different organs because it is single celled। So no specific organs for taking in food, exchange of gases। What is the meaning of exchange of gases ਬੱਚਿਓ? Taking in oxygen and giving out ਕਾਰਬਨ ਡਾਈਆਕਸਾਈਡ, this is exchange of gases। ਮਤਲਬ ਕਿ ਅਸੀਂ ਆਕਸੀਜਨ ਲੈਂਦੇ ਹਾਂ ਤੇ ਕਾਰਬਨ ਡਾਈਆਕਸਾਈਡ ਛੱਡ ਦਿੰਦੇ ਹਾਂ। ਠੀਕ ਹੈ ਨਾ। So both are gases। So this when we say exchange of gases, it means breathing in, it means breathing in, it means breathing in ਆਪਣਾ ਇਹ ਹੋ ਗਿਆ ਕੀ ਕਹਿੰਦੇ air and oxygen and breathing out ਮਤਲਬ ਹੋ ਗਿਆ ਕਾਰਬਨ ਡਾਈਆਕਸਾਈਡ। So exchange of gases or removal of wastes may be needed because the entire surface of the organism is in contact with the environment। So a diffusion ਦੇ ਨਾਲ ਮਤਲਬ ਕਿ ਇਹ ਜਿਹੜਾ single celled organism ਹੁੰਦਾ ਹੈ, it is on all the four sides, all around it is in contact with the atmosphere। ਤੇ ਉਹ ਕਿਤਿਓਂ ਵੀ ਚਾਰੋਂ ਜਗ੍ਹਾ ਤੋਂ ਉਹ respiration ਵੀ ਹੋ ਜਾਂਦੀ ਹੈ, excretion ਵੀ ਹੋ ਜਾਂਦੀ ਹੈ, digestion ਵੀ ਹੋ ਜਾਂਦਾ ਹੈ, taking in food ਵੀ ਹੋ ਜਾਂਦਾ ਹੈ। Everything takes place from all around its body। ठीक है। There are no separate organs for respiration or excretion or ingestion of food or digestion of food। ठीक है। आगे चलिए। ओके, ਹੁਣ ਆ ਗਿਆ ਮਲਟੀ ਸੈਲੂਲਰ, ਜਿਹਦੇ 'ਚ ਹਿਊਮਨ ਬੀਇੰਗਸ ਵੀ ਆ ਗਏ, ਮੈਮਲਸ ਵੀ ਆ ਗਏ, ਜਾਨਵਰ ਵੀ ਆ ਗਏ, ਸਾਰੇ ਆਲਮੋਸਟ ਬੜੇ ਸਾਰੇ ਜਾਨਵਰ, ਮੋਸਟ ਆਫ ਦਾ ਐਨੀਮਲਸ ਆਰ ਆਲ ਮਲਟੀ ਸੈਲੂਲਰ। ਮਲਟੀ ਸੈਲੂਲਰ ਦਾ ਮਤਲਬ ਕਿ ਅਲੱਗ-ਅਲੱਗ ਸੈੱਲ ਹੁੰਦੇ ਨੇ, ਫਿਰ ਅਲੱਗ-ਅਲੱਗ ਸੈੱਲ ਦੇ ਗਰੁੱਪ ਤੋਂ ਟਿਸ਼ੂਜ਼ ਬਣਦੇ ਨੇ, ਫਿਰ ਅਲੱਗ-ਅਲੱਗ ਟਿਸ਼ੂਜ਼ ਤੋਂ ਫਿਰ ਔਰਗਨਸ ਬਣਦੇ ਨੇ ਐਂਡ ਆਲ each and every organ is designed to perform a different function। ठीक है। So in multicellular organisms all the cells are not in direct contact with the surrounding environment। ਅਸੀਂ ਡਾਇਰੈਕਟਰੀ ਉਹਦੇ ਟੱਚ ਵਿੱਚ ਨਹੀਂ ਹੈਗੇ। ਹੁਣ ਮੇਰਾ ਹੱਥ ਹੈਗਾ, I cannot breathe through my hands, I cannot excrete through my hands, I cannot see with my legs, I cannot hear with my chest। अलग-अलग organs ਹੈਗੇ ਨੇ। ਠੀਕ ਹੈ ਨਾ। It is not in direct contact with the surrounding environment for taking in air or taking in food।
that is the source of energy. ठीक है, thus simple diffusion will not meet the requirements of all the cells. मतलब कि ਹੁਣ ਡਿਫਿਊਜ਼ਨ ਤੇ ਥੋੜਾ ਬਹੁਤ ਹੋ ਰਿਹਾ ਹੋਏਗਾ ਚਮੜੀ ਰਾਹੀਂ ਜਾਂ ਅੱਖਾਂ ਰਾਹੀਂ, ਹੈ ਨਾ, whatever. So that will not meet all the requirements of all the cells, which happens in the case of unicellular organisms. In multicellular organisms, various body parts have specialized functions to perform. Multicellular अलग अलग body parts होंगे ने, अलग अलग organs होंगे ने, उन्होंने अलग अलग specialized functions होंगे ने. And thus the uptake of food and of oxygen is also the function of specialized tissue. ਇਸ ਕਰਕੇ multicellular ਵਿੱਚ food ਲੈਣ ਵਾਸਤੇ, oxygen ਲੈਣ ਵਾਸਤੇ specialized function ਹੁੰਦਾ ਹੈ, specialized tissues ਹੁੰਦੇ ਨੇ. ਹੁਣ ਦੇਖੋ we breathe in through our nose. ठीक है, we can also breathe in through our mouth, but mostly we breathe in and breathe out through our nose. And how do we take food? We take food through our mouth. So ਇਹਦਾ ਮਤਲਬ ਕਿ mouth is an organ for ingesting food, nose is an organ for breathing, for respiration. So specialized हो गए, which no other body part can perform. Though the food and oxygen are taken up at one place. ਹੁਣ ਬੇਸ਼ੱਕ ਅਸੀਂ ਖਾਣਾ ਮੂੰਹ ਰਾਹੀਂ ਲਿਆ ਤੇ ਨੱਕ ਰਾਹੀਂ ਹਵਾ ਲਈ, ਪਰ ਹਵਾ ਤੇ ਸਰੀਰ ਦੇ ਸਾਰੇ ਅੰਗਾਂ ਨੂੰ ਚਾਹੀਦੀ ਹੈ. ਆਲ ਸੈਲਸ ਨੀਡ ਇਟ. ਤੇ ਖਾਣਾ ਵੀ ਸਰੀਰ ਦੇ ਸਾਰੇ ਅੰਗਾਂ ਨੂੰ ਚਾਹੀਦਾ ਹੈਗਾ, ਪਰ ਉਹ ਲਿਆ ਤੇ ਸਿਰਫ ਮੂੰਹ ਵਿੱਚੋਂ ਹੈ ਤੇ ਲਿਆ ਸਿਰਫ ਨੱਕ ਵਿੱਚੋਂ ਹੈ ਜੋ ਹਵਾ ਹੈਗੀ ਹੈ. ਸੋ ਕੀ ਹੋਇਆ, ਦੋ ਦੀ ਫੂਡ ਐਂਡ ਆਕਸੀਜਨ ਆਰ ਟੇਕਨ ਅਪ ਐਟ ਵਨ ਪਲੇਸ ਇਨ ਦੀ ਬੋਡੀ ਆਫ ਦੀ ਆਰਗੇਨਿਜ਼ਮਸ. ਦੂਜੇ ਆਰਗੇਨਿਜ਼ਮ ਇਸ ਤਰ੍ਹਾਂ ਹੀ ਹੈ, ਗਾਈਆਂ ਮੱਝਾਂ ਵੀ ਦੇਖੋ ਇੱਦਾਂ ਹੀ ਖਾਂਦੀਆਂ, ਮੂੰਹ ਰਾਹੀਂ ਖਾਂਦੀਆਂ, ਪੰਛੀ, ਕਾਂ, ਕਬੂਤਰ ਦੇਖੋ ਆਪਣੇ ਮੂੰਹ ਚੁੰਝ ਰਾਹੀਂ ਖਾਂਦੇ ਹੈਗੇ ਨੇ, ਹੈ ਨਾ. ਸੋ ਦੇ ਆਰ ਨੀਡਿਡ ਬਾਈ ਆਲ ਪਾਰਟਸ ਆਫ ਦਾ ਬੋਡੀ. ਖਾਣਾ ਬੇਸ਼ੱਕ ਸਰੀਰ ਦੇ ਇੱਕ ਹਿੱਸੇ ਤੋਂ ਖਾਇਆ ਜਾ ਰਿਹਾ ਹੈ, ਪਰ ਉਹ ਖਾਣੇ ਦੀ ਲੋੜ ਸਾਰੇ ਸਰੀਰ ਨੂੰ ਹੈ, ਸਾਰੇ ਅੰਗਾਂ ਨੂੰ ਹੈ, ਸਾਰੇ ਸੈੱਲਾਂ ਨੂੰ ਹੈ. ਠੀਕ ਹੈ, ਆਓ ਦੇਖੀਏ ਹੁਣ ਇਹਦਾ ਮਤਲਬ ਕੀ ਹੋਇਆ ਕਿ ਹੁਣ ਦੂਸਰਾ ਪ੍ਰੋਸੈਸ, ਇੱਕ ਤੀਸਰਾ ਪ੍ਰੋਸੈਸ ਚਾਹੀਦਾ ਹੈ, ਵਿਚ ਇਜ਼ ਟਰਾਂਸਪੋਰਟੇਸ਼ਨ. ਦਿਸ ਗਿਵਸ ਰਾਈਜ਼ ਟੂ ਅਨਦਰ ਪ੍ਰੋਸੈਸ ਔਰ ਟਰਾਂਸਪੋਰਟੇਸ਼ਨ ਸਿਸਟਮ. ਟਰਾਂਸਪੋਰਟੇਸ਼ਨ ਮਤਲਬ ਲੈ ਕੇ ਜਾਣਾ, for carrying food and oxygen from one place to another in the body. ਹੁਣ ਇਹ ਤੀਸਰਾ ਪ੍ਰੋਸੈਸ ਆ ਗਿਆ. ਪਹਿਲਾ ਸੀ ਨਿਊਟ੍ਰੀਸ਼ਨ, ਦੂਜਾ ਰੈਸਪੀਰੇਸ਼ਨ, ਤੇ ਤੀਸਰਾ ਹੁਣ ਆ ਗਿਆ ਟਰਾਂਸਪੋਰਟੇਸ਼ਨ, which will carry food and oxygen to each and every cell of the body. ਠੀਕ ਹੈ, chemical reactions between the carbon source and the oxygen for generating energy creates byproducts. ਹੁਣ ਬੱਚੋ ਜਦੋਂ ਫੂਡ ਸਟਫ ਵਿੱਚ ਕਾਰਬਨ ਹੁੰਦਾ ਹੈ, ਐਟਮੋਸਫੀਅਰ 'ਚ ਆਕਸੀਜਨ ਲਈ ਕੈਮੀਕਲ ਰਿਐਕਸ਼ਨ ਹੋਈ, ਤੇ ਕਾਰਬਨ ਔਰ ਆਕਸੀਜਨ ਦੇ ਨਾਲ ਜਦੋਂ ਕੈਮੀਕਲ ਰਿਐਕਸ਼ਨ ਹੁੰਦੀ ਹੈ ਕੀ ਫਾਰਮ ਹੁੰਦਾ, ਕਾਰਬਨ ਡਾਈਆਕਸਾਈਡ. ਆਵਰ ਬੋਡੀ ਡਜ਼ ਨਾਟ ਨੀਡ ਕਾਰਬਨ ਡਾਈਆਕਸਾਈਡ. ਕਾਰਬਨ ਡਾਈਆਕਸਾਈਡ ਇਜ਼ ਅ ਵੇਸਟ ਪ੍ਰੋਡਕਟ. ਠੀਕ ਹੈ, ਸੋ ਜਦੋਂ ਕਾਰਬਨ ਸੋਰਸ ਵਿੱਚ ਔਰ ਆਕਸੀਜਨ ਵਿੱਚ ਰਿਐਕਸ਼ਨ ਹੁੰਦੀ ਹੈ ਤੇ ਐਨਰਜੀ ਮਿਲਦੀ ਹੈ, ਹੀਟ ਪ੍ਰੋਡਿਊਸ ਹੁੰਦੀ ਹੈ. ਐਨਰਜੀ ਤਾਂ ਚਾਹੀਦੀ ਹੈ ਸਾਨੂੰ, ਐਨਰਜੀ ਤੇ ਮਿਲ ਗਈ, ਪਰ ਐਨਰਜੀ ਬਣਨ ਦੇ ਨਾਲ ਨਾਲ ਕਾਰਬਨ ਡਾਈਆਕਸਾਈਡ ਬਣ ਗਈ, which is a waste product, which is useless, and sometimes certain byproducts can be even harmful. ਉਹ ਨੁਕਸਾਨ ਵੀ ਦੇ ਸਕਦੇ ਨੇ. ਹੁਣ ਇਹ ਬਾਈ ਪ੍ਰੋਡਕਟ ਹੋ ਗਿਆ, ਵੇਸਟ ਪ੍ਰੋਡਕਟ ਹੋ ਗਿਆ, ਸੋ ਸਾਨੂੰ ਕੀ ਕਰਨਾ ਹੈ, ਹੁਣ ਇਹਨੂੰ ਸੁੱਟਣਾ ਹੈ ਬਾਹਰ. ਤੇ ਹੁਣ ਚੌਥਾ ਪ੍ਰੋਸੈਸ ਆ ਗਿਆ, which is excretion, ਮਤਲਬ ਬਾਹਰ ਸੁੱਟਣਾ. This creates the need for another process called excretion. This involves the discarding, discard ਮੈਨੇ ਹੁੰਦਾ ਰਿਜੈਕਟ ਕਰਨਾ, rejecting and removal, ਬਾਹਰ ਸੁੱਟਣਾ of waste by products from the body. ਅਸੀਂ ਸਾਰੇ ਜਾਣਦੇ ਹਾਂ ਬੱਚਿਓ, ਹੈ ਨਾ, ਟੋਇਲਟ ਜਾ ਕੇ ਅਸੀਂ ਸਟੂਲਸ ਪਾਸ ਕਰਦੇ ਹਾਂ, ਫੀਸਿਸ ਪਾਸ ਕਰਦੇ ਹਾਂ, ਲੈਟਰਿਨ ਜਾਂਦੇ ਹਾਂ, ਤੇ ਵੀ ਆਲਸੋ ਪਾਸ ਯੂਰਿਨ. ਤੇ ਯੂਰਿਨ ਤੇ ਸਟੂਲਸ ਇਹ ਕੀ ਹੈਗੇ ਨੇ, ਦੇ ਆਰ ਵੇਸਟ ਪ੍ਰੋਡਕਟਸ. ਇਹ ਕਿਸ ਤਰ੍ਹਾਂ ਬਣੇ ਨੇ, ਜਦੋਂ ਫੂਡ ਦੇ ਨਾਲ ਹਵਾ ਦੀ, ਆਕਸੀਜਨ ਦੀ ਰਿਐਕਸ਼ਨ ਹੁੰਦੀ ਹੈ ਤੇ ਸਾਨੂੰ ਐਨਰਜੀ ਮਿਲਦੀ ਹੈ, ਤੇ ਉਹਦੇ ਬਾਈ ਪ੍ਰੋਡਕਟਸ ਬਣਦੇ ਨੇ. ਤੇ ਨਾਟ ਓਨਲੀ ਦੈਟ, ਇੱਕ ਤੇ ਯੂਰਿਨ ਤੇ ਸਟੂਲ ਸੇ ਹੋ ਗਏ, ਤੇ ਜਿਹੜੇ ਸਾਹ ਛੱਡਦੇ ਆ ਬਾਹਰ, ਤੇ ਉਹ ਕੀ ਹੁੰਦਾ, ਕਾਰਬਨ ਡਾਈਆਕਸਾਈਡ ਵੀ ਬਾਹਰ ਜਾਂਦੀ ਹੈ. ਕਾਰਬਨ ਡਾਈਆਕਸਾਈਡ ਇਜ਼ ਥਰੋਨ ਆਊਟ ਥਰੂ ਆਵਰ ਨੋਜ਼ ਐਂਡ ਮਾਊਥ. ਠੀਕ ਹੈ ਬੱਚਿਓ, ਸੋ ਇਹ ਹੁਣ ਇਹ ਕੀ ਹੋ ਗਿਆ, ਇੱਕ ਸਿਸਟਮ ਹੋ ਗਿਆ ਐਕਸਕ੍ਰੀਟਰੀ ਸਿਸਟਮ. ਸੋ ਅਸੀਂ ਹੁਣ ਚਾਰ ਪ੍ਰੋਸੈਸ ਪੜ੍ਹ ਲਏ. ਪਹਿਲੇ ਸੀ ਨਿਊਟ੍ਰੀਸ਼ਨ, ਦੂਸਰਾ ਸੀ ਰੈਸਪੀਰੇਸ਼ਨ, ਤੀਸਰਾ ਸੀ ਟਰਾਂਸਪੋਰਟੇਸ਼ਨ, ਜਿਹਨੂੰ ਅਸੀਂ ਕਹਾਂਗੇ ਸਰਕੂਲੇਟਰੀ ਸਿਸਟਮ ਵੀ ਕਹਿ ਸਕਦੇ ਹਾਂ. ਠੀਕ ਹੈ, ਤੇ ਚੌਥਾ ਆ ਗਿਆ excretory system, excretion. So these are all life processes ਜਿਹਦੇ ਨਾਲ ਸਾਡੀ ਜ਼ਿੰਦਗੀ ਚੱਲਦੀ ਹੈ, ਜਿਹਦੇ ਨਾਲ ਸਾਡੀ ਬੋਡੀ 'ਚ ਵੇਰੀਅਸ ਬੋਡੀ ਦੇ ਸਟਰਕਚਰ ਜਿਹੜੇ ਨੇ ਦੇ ਅੰਡਰਗੋ ਰਿਪੇਅਰ
and maintenance and also the growth. ठीक है, आगे चलिए. So again, if the basic rules for body design in multicellular organisms are followed, ਹੁਣ ਇਹ basic rule ਬੱਚਿਓ ਕਿਹੜੇ ਹੈਗੇ ਨੇ? Basic rules for body design in multicellular ਹੈ कि one type of cells they make tissues and various tissues together they make organs, and each organ is designed to perform a specific function. These are the basic rules for multicellular organisms. In unicellular organisms, all these functions are performed only by one cell. ਸਾਡੀ ਜਿਹੜੀ ਮਲਟੀਸੈਲੂਲਰ ਬੋਡੀ ਹੈ ਉਹਦੇ ਵਿੱਚ ਜਿਹੜਾ ਆਰਗਨ ਇੱਕ ਕੰਮ ਕਰ ਸਕਦਾ ਹੈ ਉਹ ਕੰਮ ਦੂਜਾ ਆਰਗਨ ਨਹੀਂ ਕਰ ਸਕਦਾ. ਮਾਈ ਆਈਜ਼ ਕੈਨ ਸੀ ਬਟ ਮਾਈ ਆਈਜ਼ ਕੈਨੋਟ ਹੀਅਰ. ਠੀਕ ਹੈ ਨਾ? ਸੋ ਮਾਈ ਈਅਰਸ ਕੈਨ ਹੀਅਰ ਬਟ ਮਾਈ ਈਅਰਸ ਕੈਨੋਟ ਸਮੈਲ. ਨੋਜ਼ ਕੈਨ ਸਮੈਲ ਬਟ ਨੋਜ਼ ਕੈਨੋਟ ਸੀ. ਠੀਕ ਹੈ? ਸੋ ਹਰ ਅੰਗ ਦਾ ਆਪਣਾ ਆਪਣਾ ਇੱਕ ਫੰਕਸ਼ਨ ਹੈ. ਠੀਕ ਹੈ? ਸੋ ਇਹਦਾ ਮਤਲਬ ਕੀ ਹੈ ਕਿ ਸਪੈਸ਼ਲਾਈਜ਼ਡ ਟਿਸ਼ੂ ਫॉर ਐਕਸਕ੍ਰੀਸ਼ਨ ਵਿਲ ਬੀ ਡਿਵੈਲਪਡ. ਹੁਣ ਜੇ ਇਹ ਡਿਜ਼ਾਈਨ ਇਹ ਗੱਲ ਮੰਨ ਕੇ ਚੱਲੀਏ, ਇਹ ਪ੍ਰਿੰਸੀਪਲ ਮੰਨ ਕੇ ਚੱਲੀਏ, ਸੋ ਵੈਨ ਵੀ ਨੀਡ ਅ ਪ੍ਰੋਸੈਸ which involves excretion, we will need a specialized tissue, specialized organ for carrying out the excretion, which means that ਹੁਣ फिर transportation आ जाएगा system. The transportation system will need to transport waste away from cells to this excretory tissue. मतलब transportation system ਦੇ ਦੋ aspect ਹੋ ਗਏ. ਪਹਿਲਾ aspect transportation system ਦਾ ਕੀ ਹੈ? To take the oxygen and food to each and every part of the cell. To the each and every cell of the body. ਇਹ ਤੇ ਹੋ ਗਿਆ ਟਰਾਂਸਪੋਰਟੇਸ਼ਨ ਇੱਕ ਪਾਸੇ. ਹੁਣ ਜਦੋਂ ਸੈੱਲ ਉੱਤੇ ਕੈਮੀਕਲ ਰਿਐਕਸ਼ਨਸ ਹੋਈਆਂ ਤੇ ਵੇਸਟ ਪ੍ਰੋਡਕਟ ਪ੍ਰੋਡਿਊਸ ਹੋਏ, ਫਿਰ ਟਰਾਂਸਪੋਰਟੇਸ਼ਨ ਸਿਸਟਮ ਹੈਜ਼ ਆਲਸੋ ਬ੍ਰਿੰਗ ਦੀ ਐਕਸਕ੍ਰੀਟਰੀ ਜੋ ਐਕਸਕ੍ਰੀਸ਼ਨ ਹੋਇਆ ਹੈ ਕਾਰਬਨ ਡਾਈਆਕਸਾਈਡ ਤੇ ਵੇਸਟ ਪ੍ਰੋਡਕਟਸ ਟੌਕਸਿਕ ਵੇਸਟ ਜਿਹੜੀ ਹੈ that has to be brought and delivered to the excretory system. मतलब transportation system जड़ा है it works two ways. It transports food and oxygen and it also transports the waste and the byproducts. ठीक है बच्चों? So जड़ा फिर transportation system है it will carry the waste from the cells to the excretory tissue or the excretory organs. ये मतलब क्या है बच्चों? To conclude this video, part 1, notes 1 of this life processes. Thus maintenance of life requires processes like nutrition, respiration, transportation of materials within the body and excretion of waste products. So प्यारे विद्यार्थियों, ਇਹ ਤੇ ਸੀ ਕਿਸਮ ਦੀ ਭੂਮਿਕਾ. ਇਹਨੂੰ ਚੰਗੀ ਤਰ੍ਹਾਂ ਸਮਝ ਲਓ. ਅਗਰ ਤੁਸੀਂ ਇਹ ਵੀਡੀਓ ਨੂੰ ਸੁਣ ਕੇ ਚੰਗੀ ਤਰ੍ਹਾਂ ਇਹ ਚੀਜ਼ ਸਮਝ ਲਓਗੇ ਤੇ ਫਿਰ ਜੋ ਅਗਲੇ ਪਾਰਟਸ ਹੈਗੇ ਨੇ ਨੋਟਸ ਦੇ, ਮਤਲਬ ਕਿ ਨੋਟਸ ਦੇ ਅਗਲੇ ਪਾਰਟਸ ਹੋਣਗੇ ਇਸ ਚੈਪਟਰ ਦੇ, ਉਹ ਸਮਝਣੇ ਬੜੇ ਆਸਾਨ हो जाएंगे. So just remember that कि life means movement, whether that movement is visible, which is visible through walking, breathing, eating, uttering voices, है ना, and growth, or invisible, which means molecular motion at microscopic level. ठीक है? तो दूजी गल है जो life है तो there has to be growth, there has to be repair, there has to be maintenance. And because life means different body structures and all matter is made of molecules, so movement signifies life. That means repair and maintenance means molecular motion. ਉਹਦੇ ਲਈ એનર્ਜੀ ਚਾਹੀਦੀ ਹੈ. that energy comes from nutrition. ਤੇ nutrition ਵਿੱਚ ਕੁਝ complex carbohydrates ਹੋਣਗੇ, complex carbon structure ਹੋਏਗਾ which needs to be broken down. For that oxygen is needed. ਉਹਨਾਂ oxidation ਹੋਏਗਾ, ਉਹਨਾਂ ਵੇਸਟ ਪ੍ਰੋਡਕਟ ਨਿਕਲਣਗੇ, ਫਿਰ ਟਰਾਂਸਪੋਰਟੇਸ਼ਨ ਸਿਸਟਮ ਹੋਏਗਾ ਤੇ ਐਕਸਕ੍ਰੀਟਰੀ ਸਿਸਟਮ ਹੋਏਗਾ. ਸੋ ਦਿਸ ਇਜ਼ ਦੀ ਬੇਸਿਕ ਯੂ ਕੈਨ ਸੇ ਲਾਈਫ ਪ੍ਰੋਸੈਸਿਸ ਆਫ ਐਨੀ ਲਿਵਿੰਗ organism. So with this we come to the end of this part of the video. ਤੇ ਅਗਲੇ ਜੋ ਸੈਕਸ਼ਨ ਹੋਣਗੇ, ਅਗਲੇ ਜੋ ਨੋਟਸ ਦੇ ਪਾਰਟਸ ਹੋਣਗੇ, ਤਦ ਤੱਕ ਲਈ ਗੁੱਡ ਬਾਏ. ਤੇ ਤੁਸੀਂ ਆਪਣਾ ਡਟ ਕੇ ਪੜੋ, ਤਿਆਰੀ ਕਰੋ, ਇਹਨੂੰ ਨੋਟਸ ਬਣਾ ਲਓ ਸਾਰੇ. ਤੇ ਵੈਰੀ ਸੂਨ ਆਈ ਵਿਲ bring to you the other parts of this chapter. ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ. ਰੱਬ ਰਾਖਾ. ਥੈਂਕ ਯੂ ਵੈਰੀ ਮਚ. God bless you all.